ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਕੈਲਗਰੀ ਸ਼ਹਿਰ ਦੇ ਸੁੰਦਰ ਨਜ਼ਾਰੇ ਤੁਹਾਨੂੰ ਆਸ-ਪਾਸ ਨਜ਼ਰ ਆ ਰਹੇ ਹੋਣਗੇ। ਕਿਤੇ ਬੱਚੇ ਖੇਡ ਰਹੇ ਨੇ, ਬੀਬੀਆਂ ਉਹਨਾਂ ਨੂੰ ਨਾਲ ਲੈ ਕੇ ਆਈਆਂ ਤੇ ਪਿੱਛੇ ਬਾਜ਼ਾਰ ਘਰ-ਬਾਰ ਸਭ ਕੁਝ ਨਜ਼ਰ ਆਊਗਾ। ਗਰਮੀਆਂ ਹੈ ਨਾ, ਜਦੋਂ ਬਰਫ਼ ਪੈ ਜਾਣੀ ਆ ਤਾਂ ਫਿਰ ਇਹ ਸਾਰਾ ਕੁਝ ਬਿਲਕੁਲ ਤਬਦੀਲ ਹੋ ਜਾਣਾ। ਪਰ ਚਾਹੇ ਗਰਮੀਆਂ ਹੋਣ ਤੇ ਚਾਹੇ ਸਿਆਲ, ਇੱਕ ਗੱਲ ਜਿਹੜੀ ਬਿਲਕੁਲ ਇੱਕੋ ਜਿਹੀ ਰਹਿੰਦੀ ਹੈ, ਉਹ ਪੰਜਾਬੀਆਂ ਦਾ ਕੈਨੇਡਾ ਦੇ ਨਾਲ ਮੋਹ ਤੇ ਪਿਆਰ, ਖਾਸ ਤੌਰ ਤੇ ਨੌਜਵਾਨ ਪੀੜ੍ਹੀ ਇੱਧਰਲੇ ਪਾਸੇ ਨੂੰ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਤੇ ਜਿਹੜਾ ਆਉਣਾ ਚਾਹੁੰਦੀ ਹੈ। ਕਿਸੇ ਵੇਲੇ ਸਰੀ, ਵੈਨਕੂਵਰ ਤੇ ਬਰੈਂਪਟਨ ਪਹਿਲੀ ਪਸੰਦ ਹੁੰਦੇ ਸੀ, ਪਰ ਅੱਜ ਕੱਲ੍ਹ ਵਿਨੀਪੈਗ, ਕੈਲਗਰੀ, ਐਡਮਿੰਟਨ ਉਸ ਲਿਸਟ ਦੇ ਵਿੱਚ ਜਿਹੜੇ ਉਹ ਸ਼ਾਮਲ ਹੋ ਗਏ ਆ। ਤੇ ਹੁਣ ਅੱਜ ਕੱਲ੍ਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਇੱਥੇ ਆਉਣ ਦਾ ਸਮਾਂ ਆ ਗਿਆ। ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਨਿਯਮ ਕਿੱਧਰਲੇ ਪਾਸੇ ਨੂੰ ਜਾ ਰਹੇ ਨੇ, ਵਿਦਿਆਰਥੀਆਂ ਦਾ ਭਾਰਤ ਤੋਂ ਕੈਨੇਡਾ ਆਉਣ ਤੇ ਆ ਕੇ ਇੱਥੇ ਵਿਚਰਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਖਿਆਲ ਰੱਖਣੀਆਂ ਚਾਹੀਦੀਆਂ। ਤੇ ਰੂਟਸ ਇਮੀਗ੍ਰੇਸ਼ਨ ਤੋਂ ਕੋਮਲਪ੍ਰੀਤ ਜੀ ਸਾਡੇ ਨਾਲ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੇ ਸਭ ਤੋਂ ਵੱਡੀ ਗੱਲ, ਉਹ ਖੁਦ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਇੱਥੇ ਆਏ ਸੀ, ਪੜ੍ਹਾਈ ਮੁਕੰਮਲ ਕੀਤੀ, ਕਾਗਜ਼ ਪੱਤਰ ਪੂਰੇ ਕੀਤੇ ਤੇ ਅੱਜ ਕੱਲ੍ਹ ਬਾਕੀਆਂ ਨੂੰ ਕਾਗਜ਼ ਪੱਤਰ ਦੱਸਦੇ ਆ ਕਿ ਕੈਨੇਡਾ ਆਉਣ ਦੇ ਲਈ ਚਾਹੀਦੇ ਕਿਹੜੇ ਨੇ। ਕੋਮਲਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ? ਹਾਂਜੀ, ਬਹੁਤ ਵਧੀਆ। ਇਹਦੇ ਤੋਂ ਪਹਿਲਾਂ ਕਿ ਮੈਂ ਤੁਹਾਡੇ ਕਿੱਤੇ ਬਾਰੇ ਤੁਹਾਡੇ ਤੋਂ ਪੁੱਛਾਂ, ਵਿਦਿਆਰਥੀਆਂ ਨੂੰ ਆਪਾਂ ਸਲਾਹ ਦਈਏ, ਤੁਸੀਂ ਦੱਸਿਓ ਕਿ ਕਿਹੜੇ ਸਾਲ ਇੱਥੇ ਆਏ ਸੀ, ਪੜ੍ਹਾਈ ਲਈ ਆਏ ਸੀ ਜਾਂ ਕਿਵੇਂ? ਮੈਨੂੰ ਪਤਾ ਲੱਗਾ ਪੜ੍ਹਾਈ ਲਈ ਆਏ ਸੀ। ਹਾਂਜੀ, ਮੈਂ 2012 ਦਸੰਬਰ 'ਚ ਆਈ ਸੀ ਜੀ ਪੜ੍ਹਾਈ ਲਈ। ਡਿਵਰਾਈ ਕਾਲਜ ਵਿੱਚ ਮੇਰੀ ਐਡਮਿਸ਼ਨ ਹੋਈ ਸੀ। ਉਹ ਕਾਲਜ ਅਨਫੋਰਚੂਨੇਟਲੀ ਬੰਦ ਹੋ ਗਿਆ ਮੇਰੇ ਆਉਣ ਤੋਂ ਥੋੜ੍ਹਾ ਟਾਈਮ ਬਾਅਦ, ਅਤੇ ਫਿਰ ਮੈਂ ਸੇਟ ਵਿੱਚ ਕੋਰਸ ਕੰਪਲੀਟ ਕੀਤਾ, ਬਿਜ਼ਨਸ ਐਡਮਿਨਿਸਟ੍ਰੇਸ਼ਨ। ਠੀਕ ਹੈ ਜੀ। ਹਾਂਜੀ, ਜਾਣੀ ਕਿ ਤੁਸੀਂ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਆਏ ਤੇ ਆ ਕੇ ਪੱਕੇ ਹੋ ਗਏ। ਜਾਣੀ ਤੁਹਾਨੂੰ ਉਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਹੈ ਕਿ ਇੱਕ ਵਿਦਿਆਰਥੀ ਜਾਂ ਵਿਦਿਆਰਥਣ ਨੇ ਇੱਥੇ ਆਉਣ ਤੋਂ ਪਹਿਲਾਂ ਇੱਥੇ ਆ ਕੇ ਖਿਆਲ ਕਿਹਨਾਂ ਚੀਜ਼ਾਂ ਦਾ ਰੱਖਣਾ। ਹੁਣ ਇਹ ਜ਼ਰੂਰ ਦੱਸਿਓ ਕਿਹੜੇ-ਕਿਹੜੇ ਸੈਸ਼ਨ, ਕਿਹੜੇ-ਕਿਹੜੇ ਹੁੰਦੇ ਆ, ਇਨਟੇਕ ਜਿਹਨੂੰ ਆਪਾਂ ਕਹਿ ਦਈਦਾ ਕਿ ਕਿਹੜੇ ਸਾਲ ਦੇ ਵਿੱਚ ਕਿੰਨੀ ਕੁ ਵਾਰੀ ਬੱਚੇ ਇੱਥੇ ਆ ਸਕਦੇ ਕੈਨੇਡਾ? ਜਿਹੜੇ ਦੋ ਮੋਸਟ ਇੰਪੋਰਟੈਂਟ ਇਨਟੇਕ ਆ ਜਿਹਦੇ ਵਿੱਚ ਜ਼ਿਆਦਾ ਆਉਂਦੇ ਆ ਬੱਚੇ, ਉਹ ਹੈਗੇ ਆ ਜਨਵਰੀ ਵਿੱਚ ਅਤੇ ਸਪਟੈਂਬਰ 'ਚ, ਵਿੰਟਰ ਅਤੇ ਫਾਲ ਇਨਟੇਕ। ਉਸ ਤੋਂ ਬਿਨਾਂ ਹੁਣ ਸਪਰਿੰਗ ਵਿੱਚ ਵੀ ਆ ਜਾਂਦੇ ਆ, ਮਈ ਜੂਨ 'ਚ ਵੀ ਆ ਜਾਂਦੇ। ਹਾਂਜੀ, ਠੀਕ ਹੈ ਜੀ। ਅੱਛਾ, ਕੋਮਲਪ੍ਰੀਤ ਜੀ, ਮੈਨੂੰ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰ ਦੱਸਿਓ ਕਿ ਜਦੋਂ ਬੱਚੇ ਨੇ ਇੰਡੀਆ ਤੋਂ ਇੱਥੇ ਆਉਣਾ ਹੈ, ਦੋ ਤਿੰਨ ਚੀਜ਼ਾਂ ਨੇ, ਕਾਲਜ ਕਿਹੜਾ ਹੋਵੇ, ਸੂਬਾ ਜਾਂ ਪ੍ਰੋਵਿੰਸ ਕਿਹੜਾ ਹੋਵੇ, ਕੋਰਸ ਕਿਹੜਾ ਹੋਵੇ, ਇਹ ਤਿੰਨ ਚੀਜ਼ਾਂ ਕਿੰਨੀਆਂ ਕੁ ਮਾਇਨੇ ਰੱਖਦੀਆਂ? ਕਿਉਂਕਿ ਆਪਾਂ ਕਈ ਵਾਰ ਦੇਖਦੇ ਹਾਂ ਕਈ ਵਿਦਿਆਰਥੀ ਤਾਂ ਆਉਂਦੇ ਆ, ਪੜ੍ਹਦੇ ਆ, ਸਾਰਾ ਕੁਝ ਠੀਕ ਹੋ ਜਾਂਦਾ। ਕਈ ਵਿਦਿਆਰਥੀ ਕਈ ਵਾਰੀ ਫਿਰ ਰੁਲਦੇ ਵੀ ਬਹੁਤ ਬੁਰੇ ਤਰੀਕੇ ਆ। ਕਾਲਜ ਚੇਂਜ ਕਰਨਾ, ਕੋਰਸ ਚੇਂਜ ਕਰਨਾ ਵੀ ਕੁਛ ਹੁੰਦਾ। ਇਹਨਾਂ ਤਿੰਨ ਚੀਜ਼ਾਂ ਦੇ ਵਿੱਚੋਂ ਕਿਹੜੀ ਚੀਜ਼ ਇੰਪੋਰਟੈਂਟ ਹੈ, ਕਿਉਂ? ਇਹਨਾਂ ਵਿੱਚੋਂ ਤਿੰਨੇ ਚੀਜ਼ਾਂ ਹੀ ਬਹੁਤ ਇੰਪੋਰਟੈਂਟ ਆ। ਤੁਸੀਂ ਇਹ ਦੇਖੋ ਕਿ ਕਿੱਥੇ ਤੁਸੀਂ ਜਾਣਾ ਚਾਹੁੰਦੇ ਹੋ, ਤੁਹਾਡਾ ਗੋਲ ਕੀ ਹੈ। ਫਿਰ ਜੇ ਤੁਸੀਂ ਸਿਰਫ ਗੋਲ ਆਪਣਾ PR ਹੋਣਾ ਹੀ ਨਾ ਰੱਖੋ, 100% ਆਪਣਾ ਹੁੰਦਾ PR ਹੋਣਾ ਹੀ ਹੈ, ਪਰ ਤੁਸੀਂ ਇਹ ਸੋਚ ਕੇ ਆਓ ਕਿ ਜਿਹੜਾ ਤੁਸੀਂ ਕੋਰਸ ਕਰ ਰਹੇ ਹੋ, ਪਹਿਲਾਂ ਕੀਤਾ ਆ ਜਾਂ ਅੱਗੇ ਲੈਣਾ ਚਾਹੁੰਦੇ ਹੋ, ਉਹ ਤੁਹਾਡੇ ਇਹ 4 ਤੋਂ 5 ਸਾਲ ਵੇਸਟ ਨਾ ਹੋਣ, ਤਾਂ ਕਿ ਤੁਸੀਂ ਜਿਹੜਾ ਤੁਸੀਂ ਲਾਈਫ 'ਚ ਕੈਰੀਅਰ ਬਣਾਉਣਾ ਆ, ਇਹ ਉਹਦੇ ਵਿੱਚ ਤੁਹਾਡੀ ਹੈਲਪ ਹੋ ਜਾਵੇ। ਤੁਸੀਂ ਸੇਮ ਕੋਰਸ ਕਰੋਗੇ, ਉਹੀ ਐਕਸਪੀਰੀਅੰਸ ਹੋਊਗਾ, ਤੁਹਾਡੀ ਹੈਲਪ ਅੱਗੇ ਤੁਹਾਨੂੰ PR ਹੋਣ ਤੋਂ ਬਾਅਦ ਵਧੀਆ ਜੋਬ ਕਰ ਸਕਦੇ ਹੋ। ਜੇ ਤੁਸੀਂ ਸਿਰਫ PR ਹੋਣਾ ਤੁਹਾਡਾ ਮਤਲਬ ਹੈ, ਤੁਸੀਂ ਕੋਈ ਵੀ ਕੋਰਸ ਚੱਕ ਕੇ ਆ ਗਏ, ਤੁਸੀਂ 2 ਸਾਲ ਕੋਰਸ ਕਰੋਗੇ, ਐਕਸਪੀਰੀਅੰਸ ਬਣਾਓਗੇ, ਪੱਕੇ ਹੋ ਜਾਓਗੇ, ਨੋ ਡਾਊਟ, ਪਰ ਫਿਰ 5 ਸਾਲ ਬਾਅਦ ਤੁਸੀਂ ਫਿਰ ਜ਼ੀਰੋ ਤੋਂ ਸਟਾਰਟ ਹੋਵੋਗੇ ਆਪਣਾ ਕੈਰੀਅਰ ਬਣਾਉਣ ਲਈ। ਪਰ ਅਸੀਂ ਤਾਂ ਸੁਣਿਆ ਕਿ ਕੈਨੇਡਾ ਆ ਕੇ ਤਾਂ ਡਾਲਰ ਉੱਦਾਂ ਹੀ ਬਹੁਤ ਬਣ ਜਾਂਦੇ ਆ। ਕਰੀਅਰ ਨਾਂ ਦੀ ਚੀਜ਼ ਵੀ ਕੋਈ ਹੁੰਦੀ ਹੈ? ਜਾਣੀ ਫਿਰ ਮੁਸ਼ਕਿਲ ਆਉਂਦੀਆਂ ਮੁੜ ਕੇ? ਮੁਸ਼ਕਿਲਾਂ ਉਹ ਡਿਪੈਂਡ ਕਰਦਾ ਤੁਹਾਡਾ ਕੀ ਨਜ਼ਰੀਆ ਆ। ਸਿਰਫ ਤੁਸੀਂ ਡੇ ਟੂ ਡੇ, ਪੇ ਚੈੱਕ ਟੂ ਪੇ ਚੈੱਕ ਚੱਲਣਾ ਚਾਹੁੰਦੇ ਹੋ ਕਿ ਤੁਹਾਡੀ ਲਾਈਫ ਬੈਟਰ ਬਣਾਉਣਾ ਚਾਹੁੰਦੇ ਹੋ। ਬਹੁਤ ਇੰਟਰਨੈਸ਼ਨਲ ਸਟੂਡੈਂਟ ਆ ਕੇ ਬਹੁਤ ਵਧੀਆ ਪੋਸਟਾਂ 'ਤੇ MLA ਬਣ ਰਹੇ ਆ, ਡਾਕਟਰ, ਇੰਜੀਨੀਅਰ, ਸਾਰੇ ਬਹੁਤ ਵਧੀਆ ਬਣ ਰਹੇ ਆ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇੰਸਪੀਰੇਸ਼ਨ ਬਣਨਾ, ਹੋਰ ਲੋਕਾਂ ਲਈ ਵੀ ਪਿੱਛੇ ਆਪਣੀ ਲਾਈਫ ਬੈਟਰ ਕਰਨੀ ਹੈ, ਤਾਂ ਫਿਰ ਕੋਰਸ ਚੂਜ਼ ਕਰੋ। ਅਤੇ ਕਾਲਜ ਵੀ ਤੁਹਾਨੂੰ ਵੇਖਣਾ ਪਊਗਾ ਕਿ ਉਹ DLI ਕਾਲਜ ਹੈ, ਉਹ ਵਰਕ ਪਰਮਿਟ ਮਿਲ ਜੂਗਾ ਉੱਥੇ ਸਟੱਡੀ ਕਰਕੇ। ਅਤੇ ਪ੍ਰੋਵਿੰਸ ਇਹ ਵੇਖੋ ਕਿ ਉੱਥੇ ਫਿਰ PR ਹੋਣ ਦੇ ਰੂਲ ਕੀ ਹੈ। ਇੱਕ ਤੁਸੀਂ ਇਹ ਸ਼ਬਦ DLI ਬੋਲਿਆ, ਜਾਣੀ ਕਿ ਇੱਦਾਂ ਦੇ ਵੀ ਕੋਈ ਕੋਰਸ ਜਾਂ ਕਾਲਜ ਹੁੰਦੇ ਆ ਕਿ ਮੁੜ ਕੇ ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਵਰਕ ਪਰਮਿਟ ਨਹੀਂ ਮਿਲਦਾ? ਹਾਂਜੀ, ਕਈ ਪ੍ਰਾਈਵੇਟ ਕਾਲਜ ਹੈਗੇ ਆ, ਉੱਥੇ ਜੇ ਤੁਸੀਂ ਕੋਰਸ ਪੂਰੇ ਕਰਦੇ ਹੋ, ਜਾਂ ਕਈ DLI ਕਾਲਜ ਵੀ ਹੈਗੇ ਆ ਜਿੱਥੇ ਜੇ ਤੁਸੀਂ ਕੁਛ ਕੁ ਲਿਮਿਟਡ ਕੋਰਸ ਹੈ, ਜੇ ਤੁਸੀਂ ਉਹਨਾਂ ਤੋਂ ਬਿਨਾਂ ਕਰੋਗੇ ਤਾਂ ਫਿਰ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ। ਜਾਣੀ ਇਹਨਾਂ ਚੀਜ਼ਾਂ ਨੂੰ ਆਪਾਂ ਪਹਿਲਾਂ ਦੇਖਣਾ ਬਹੁਤ ਜ਼ਰੂਰੀ ਹੈ। ਚਲੋ, ਹੁਣ ਇੱਕ ਚੀਜ਼ ਹੋਰ ਦੱਸਿਓ। ਕਈ ਵਾਰੀ ਇਹ ਹੁੰਦਾ ਕਿ ਆਪਾਂ ਕਿਤੇ ਜਾਂਦੇ ਹਾਂ, ਕਹਿੰਦੇ ਜੀ ਸਾਡਾ ਗੈਪ ਆ ਜਾਂ ਕੋਈ ਹੋਰ ਆ, ਕੋਈ ਗੱਲ ਨਹੀਂ, ਕਾਗਜ਼ ਪੱਤਰ ਬਣਾ ਕੇ ਲਾ ਦਿਆਂਗੇ, ਉਹਦਾ ਨੁਕਸਾਨ ਹੋ ਜਾਂਦਾ ਕਈ ਵਾਰੀ। ਜਾਣੀ ਕਿ ਸਹੀ ਤਰੀਕੇ, ਦਰੁਸਤ ਤਰੀਕੇ ਹੀ ਫਾਈਲ ਅਪਲਾਈ ਕਰਨੀ ਚਾਹੀਦੀ ਹੈ, ਜਾਂ ਕਈ ਵਾਰੀ ਹੁੰਦੇ ਨਾ ਕਿ ਪੈਕੇਜ ਪੂਕੇਜ ਦੇ ਦਿਓ, ਆਪਾਂ ਕਰ ਦਿਆਂਗੇ ਸਾਰਾ ਕੰਮ, ਕੋਈ ਰੌਲਾ ਨਹੀਂ? ਜ਼ਿੰਦਗੀ ਵਿੱਚ ਦਰੁਸਤ ਤਰੀਕੇ ਕੰਮ ਕੀਤੇ ਦਾ ਹੀ ਫਾਇਦਾ ਆ, ਕਿਉਂਕਿ ਜੇ ਤੁਸੀਂ ਕੋਈ ਪੁੱਠਾ ਸਿੱਧਾ ਤਰੀਕਾ ਅਪਣਾਓਗੇ, ਕਿਤੇ ਨਾ ਕਿਤੇ ਆ ਕੇ ਤੁਹਾਨੂੰ ਬਾਈਟ ਕਰੂਗਾ ਹੀ। ਸੋ ਜੇ ਤੁਸੀਂ ਪ੍ਰੋਪਰ ਜਾ ਰਹੇ ਹੋ ਤਾਂ ਤੁਸੀਂ ਕਹਿ ਲਓ ਕਿ ਬਾਰਡਰ 'ਤੇ ਆ ਗਏ,
ਉਹਨਾਂ ਨੇ ਤੁਹਾਨੂੰ ਪੋਰਟ ਆਫ ਐਂਟਰੀ ਤੇ ਆਫੀਸਰ ਨੇ ਕੁਐਸਚਨ ਪੁੱਛ ਲਏ, ਜੇ ਤਾਂ ਤੁਸੀਂ ਸਹੀ ਕੰਮ ਕੀਤਾ ਤੁਸੀਂ ਕੌਨਫੀਡੈਂਸ ਨਾਲ ਸਹੀ ਜਵਾਬ ਦੇ ਦੋਗੇ। ਤੇ ਪੋਰਟ ਆਫ ਐਂਟਰੀ ਹੋਈ ਮੇਨ ਇੰਪੋਰਟੈਂਟ ਹੈ। ਤੁਹਾਡਾ ਜਿਹੜਾ ਪਾਸਪੋਰਟ ਤੇ ਸਟicker ਲੱਗਾ ਉਹਦੇ ਨਾਲ ਐਂਟਰੀ ਨਹੀਂ ਮਿਲਣੀ, ਐਂਟਰੀ ਤੁਹਾਨੂੰ ਮਿਲਣੀ ਆ ਉੱਥੇ ਜਿਹੜੇ ਤੁਸੀਂ ਕੁਐਸਚਨ ਦੇ ਆਨਸਰ ਦਵੋਗੇ। ਸੋ ਜੇ ਤੁਸੀਂ ਉੱਥੇ ਡੋਲ ਗਏ, ਤੁਹਾਨੂੰ ਨਹੀਂ ਪਤਾ ਤੁਹਾਡਾ ਕੀ ਐਕਸਪੀਰੀਅੰਸ ਉੱਥੇ ਏਜੰਟ ਨੇ ਪਾਤਾ ਸੀ, ਤਾਂ ਫਿਰ ਤੁਹਾਨੂੰ ਵਾਪਸ ਜਾਣਾ ਪਊਗਾ। ਠੀਕ ਹੈ ਜੀ, ਰੂਟਸ ਇਮੀਗ੍ਰੇਸ਼ਨ ਤੋਂ ਕੋਮਲਪ੍ਰੀਤ ਜੀ ਸਾਡੇ ਨਾਲ ਨੇ, ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ। ਇਹ 3 ਚੀਜ਼ਾਂ ਜਿਹੜੀਆਂ ਬਹੁਤ ਧਿਆਨ 'ਚ ਰੱਖਣ ਵਾਲੀਆਂ, ਅਸੀਂ ਬਾਰ-ਬਾਰ ਇਸ ਕਰਕੇ ਕਹਿੰਦੇ ਹੁੰਦੇ ਹਾਂ ਕਿ ਤੰਗੀ ਪਰੇਸ਼ਾਨੀ ਭਾਈ ਕਿਸੇ ਨੂੰ ਨਾ ਆਵੇ, ਕਿਉਂਕਿ ਜਿਹਨੇ ਪੈਸੇ ਬਣਾਉਣੇ ਆ ਉਹਨੇ ਬਣਾ ਲੈਣੇ। ਚੰਗਾ ਕੰਮ ਕਰਨ ਵਾਲੇ ਵੀ ਇਹਨਾਂ ਦੇ ਕਿੱਤੇ 'ਚ ਬਹੁਤ ਨੇ ਤੇ ਚੂੰਡੀ ਵੱਢਣ ਵਾਲੇ ਵੀ ਬਥੇਰੇ ਹੁੰਦੇ ਆ ਨਾ, ਆਪਾਂ ਨੂੰ ਪਤਾ ਬੰਦੇ ਸਾਰੇ। ਇਸ ਕਰਕੇ ਥੋੜ੍ਹਾ ਜਿਹਾ ਖਿਆਲ ਰੱਖਣਾ। ਕਾਲਜ ਕੋਰਸ ਅੱਗੋਂ ਵਰਕ ਪਰਮਿਟ ਮਿਲਦਾ ਹੋਵੇ, DLI ਨਾਂ ਦਾ ਇੱਕ ਸ਼ਬਦ ਹੈ, ਵੈਬਸਾਈਟ ਤੇ ਜਾ ਕੇ ਇਹਨਾਂ ਨੇ ਪਿਛਲੀ ਵਾਰ ਦੱਸਿਆ ਸੀ ਕਿ ਭਾਈ ਆਪ ਹੀ ਚੈੱਕ ਕਰ ਸਕਦੇ ਹੋ। ਉਹਦੇ ਤੋਂ ਬਾਅਦ ਕਿ ਕੋਈ ਕਾਗਜ਼ ਪੱਤਰ ਜਾਲੀ ਫਾਲੀ ਜਾਂ ਨਾ ਲੱਗੇ, ਕਿਉਂਕਿ ਮੈਨੂੰ ਤਾਂ ਕੋਮਲ ਜੀ ਇਹ ਵੀ ਲੱਗਦਾ ਹੁੰਦਾ ਕਿ ਜੇ ਮੰਨ ਲਓ ਏਅਰਪੋਰਟ ਤੇ ਪੋਰਟ ਆਫ ਐਂਟਰੀ ਦੇ ਉੱਤੇ ਆ ਕੇ ਬੰਦਾ ਲੰਘ ਵੀ ਜਾਂਦਾ ਹੈ, ਕੱਲ੍ਹ ਨੂੰ PR ਹੋਣਾ, ਸਿਟੀਜ਼ਨ ਕਿਤੇ ਵੀ ਕੋਈ ਪੰਗਾ ਪੈ ਸਕਦਾ ਮੁੜ ਕੇ। ਹਾਂਜੀ, ਬਹੁਤ ਕਲਾਇੰਟ, ਹੁਣ ਆਪਾਂ ਨਾਂ ਤਾਂ ਨਹੀਂ ਦੱਸ ਸਕਦੇ, ਪਰ ਆਪਾਂ ਨੂੰ ਲੋਕ ਮਿਲਦੇ ਆ ਜਿਨ੍ਹਾਂ ਨੂੰ ਫਿਰ ਨਹੀਂ ਪਤਾ ਹੁੰਦਾ ਕਿ ਪਿਛਲਾ ਐਕਸਪੀਰੀਅੰਸ ਕੀ ਪਾਇਆ ਸੀ। ਫਿਰ ਜਦੋਂ ਤੁਸੀਂ ਫਾਈਲ ਲਾਈ ਹੈ ਏਜੰਟ ਤੋਂ ਜਿਹੜਾ ਰੈਪਰੈਜ਼ੈਂਟੇਟਿਵ ਆਥੋਰਾਈਜ਼ ਨਹੀਂ ਹੈਗਾ, ਤੁਹਾਡੇ ਕੋਲੇ ਕੋਈ ਵੇ ਨਹੀਂ ਹੈਗਾ ਕਿ ਤੁਸੀਂ ਉਹਦੇ ਤੋਂ ਡਾਕੂਮੈਂਟ ਕਢਵਾ ਸਕੋ। ਕਈ ਵਾਰੀ ਤੁਹਾਨੂੰ ਡਾਕੂਮੈਂਟ ਮਿਲਦੇ ਹੀ ਨਹੀਂ, ਫਿਰ ਉਹ ਰੱਬ ਆਸਰੇ। ਯਾਨੀ ਕਿ ਤੁਸੀਂ ਜੋ ਫਾਈਲ ਅਪਲਾਈ ਕਰਦੇ ਹੋ ਤੁਹਾਡੇ ਕੋਲੇ ਪ੍ਰੂਫ ਉਹਦਾ ਹੋਣਾ ਚਾਹੀਦਾ ਕਿ ਮੈਂ ਭਰਿਆ ਕੀ ਸੀ, ਮੁੜ ਕੇ ਫਿਰ ਕਾਗਜ਼ ਪੱਤਰਾਂ ਨਾਲ ਜੋੜਨਾ ਸੌਖਾ ਹੋ ਜਾਏ। ਲੜਕੀਆਂ ਦੇ ਲਈ ਮਾਪੇ ਬਹੁਤ ਪਰੇਸ਼ਾਨ ਹੁੰਦੇ ਆ, ਕੁੜੀਆਂ ਇਕੱਲੀਆਂ ਆਉਂਦੀਆਂ ਨੇ, ਰਹਿਣਾ ਕਿੱਥੇ ਹੈ, ਕੰਮ ਵੀ ਕਰਨਾ, ਲੋਕਾਂ ਦੇ ਨੇੜੇ ਵੀ ਜਾਣਾ, ਤੇ ਅਸੀਂ ਇੱਕ ਗੈਪ ਵੀ ਰੱਖਣਾ ਹੁੰਦਾ ਨਾ ਸਾਰੀਆਂ ਚੀਜ਼ਾਂ, ਕਿਉਂਕਿ ਆਪਾਂ ਤਾਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਕੁੜੀਆਂ ਨੂੰ ਆਪ ਹੀ ਉੱਥੇ ਸਕੂਲ ਛੱਡਣ ਜਾਈਏ, ਮਾਂ-ਬਾਪ ਕਾਲਜ ਛੱਡਣ ਜਾਂਦੇ ਆ, ਲੈਣ ਆਉਂਦੇ ਆ। ਕਈ ਵਾਰੀ ਦੁਨੀਆ ਦੇ ਵਿੱਚ ਆਪਾਂ ਵਿਚਰੇ ਨਹੀਂ ਹੁੰਦੇ। ਕੁੜੀਆਂ ਜਦੋਂ ਕੈਨੇਡਾ ਪੜ੍ਹਨ ਆਉਂਦੀਆਂ ਤਾਂ ਖਾਸ ਤੌਰ ਦੇ ਉੱਤੇ ਪੜ੍ਹਾਈ ਵੇਲੇ, ਲੋਕਾਂ 'ਚ ਵਿਚਰਨ ਵੇਲੇ, ਰਹਿਣ ਵੇਲੇ, ਕਿਉਂਕਿ ਹੋਰ ਬੱਚਿਆਂ ਨਾਲ ਰਹਿਣਾ, ਕਿਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ? ਤੁਸੀਂ ਇਹਦੇ ਵਿੱਚ ਹੁਣ ਆਪਣੇ ਕੋਲੇ ਕੋਈ ਗਰੰਟੀ ਨਹੀਂ ਕਿ ਤੁਸੀਂ ਜਿਹੜੇ ਰੂਮਮੇਟ ਨਾਲ ਰਹੋਗੇ ਉਹ ਕਿੱਦਾਂ ਦਾ ਹੋਊ, ਨਾ ਹੀ ਆਪਾਂ ਚੁਣ ਕੇ ਲੱਭ ਸਕਦੇ ਹਾਂ, ਹੈ ਨਾ। ਅਤੇ ਇੱਥੇ ਬਸ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਕੀ ਸਿਖਾਇਆ ਆ, ਜਾਂ ਤੁਸੀਂ ਥੋੜ੍ਹਾ ਜਿਹਾ ਧਿਆਨ 'ਚ ਰੱਖ ਕੇ ਕਿ ਅਸੀਂ ਜੋ ਵੀ ਕਰ ਰਹੇ ਹਾਂ, ਅਸੀਂ ਹੋਰ ਲੋਕੀ ਵੀ ਇੰਸਪਾਇਰ ਹੋਣ ਸਾਡੇ ਤੋਂ, ਹੋਰ ਪੇਰੈਂਟਸ ਆਪਣੀਆਂ ਕੁੜੀਆਂ ਨੂੰ ਭੇਜਣ, ਨਾ ਕਿ ਇਹ ਕਹਿਣ ਕਿ ਕਿਸੇ ਹੋਰ ਨਾਲ ਆ ਇੰਸੀਡੈਂਟ ਹੋਇਆ, ਤੂੰ ਰਹਿਣ ਦੇ, ਤੂੰ ਇੱਥੇ ਹੀ ਰਹਿ ਭਾਈ। ਹਾਂਜੀ, ਮਤਲਬ ਥੋੜ੍ਹਾ ਆਪਣਾ ਹੀ ਧਿਆਨ ਰੱਖਣਾ ਪਊਗਾ, ਕਿਉਂਕਿ ਆਪਾਂ ਹੁਣ ਲੋਕਾਂ ਨੂੰ ਤਾਂ ਨਹੀਂ ਕਰ ਸਕਦੇ ਆਪਣੇ ਹਿਸਾਬ ਨਾਲ ਚੇਂਜ। ਅੱਛਾ, ਇੱਕ ਚੀਜ਼ ਹੋਰ ਦੱਸਿਓ ਕਿ ਕਈ ਵਾਰ ਇੱਦਾਂ ਸੁਣਿਆ, ਨਹੀਂ ਇਸ ਕਾਲਜ ਦੇ ਵਿੱਚ ਆ ਜਾਓ, ਇੱਥੇ ਫਿਰ ਬਹੁਤੀਆਂ ਅਸਾਈਨਮੈਂਟਾਂ ਕੋਈ ਗੱਲ ਨਹੀਂ ਬਣ ਜਾਂਦੀਆਂ ਆ, ਇੱਥੇ ਕਲਾਸਾਂ ਲਾਉਣ ਦੀ ਲੋੜ ਨਹੀਂ, ਫੀਸਾਂ ਆਪਾਂ ਦੇਣੀਆਂ, ਕੰਮ ਆਪਾਂ ਨੂੰ ਕਰਨਾ ਪੈਂਦਾ, ਜ਼ਰੂਰੀ ਹੈ, ਪਰ ਕਲਾਸਾਂ ਨਾ ਲੈ ਕੇ ਪੜ੍ਹਾਈ ਮੁਕੰਮਲ ਕਰਨੀ, ਕਿਤੇ ਅੱਗੇ ਜਾ ਕੇ ਤੰਗੀ ਤਾਂ ਨਹੀਂ ਆਉਂਦੀ? ਉਹੀ ਗੱਲ ਨਜ਼ਰੀਏ ਦੀ ਹੋ ਗਈ ਜੀ। ਜੇ ਤਾਂ ਤੁਸੀਂ ਅੱਗੇ ਜਾ ਕੇ ਸਿਰਫ PR ਹੋ ਕੇ ਕਹਿਣਾ ਕਿ ਮੈਨੂੰ ਕਿਤੇ ਵੀ ਕੰਮ ਮਿਲ ਜੇ, ਮੈਂ ਬਸ ਮੌਰਗੇਜ ਪੇ ਕਰਨੀ ਹੈ, ਤਾਂ ਫਿਰ ਤਾਂ ਤੁਸੀਂ ਜਿਵੇਂ ਮਰਜ਼ੀ ਕਰਕੇ ਪੱਕੇ ਹੋ ਜਾਓ। ਪਰ ਜੇ ਤੁਸੀਂ ਜ਼ਿੰਦਗੀ ਦਾ ਕੁਝ ਬਣਾਉਣਾ ਹੈ, ਵੇਖੋ ਤੁਸੀਂ ਇੱਕ ਵਾਰੀ ਆਏ ਹੋ ਦੁਨੀਆ 'ਤੇ, ਜੇ ਕੁਝ ਕਰਨਾ ਚਾਹੁੰਦੇ ਹੋ ਫਿਰ ਆਪਣਾ ਲਗਨ ਨਾਲ ਪੜ੍ਹ ਲਓ, ਅਤੇ ਉਹ ਅੱਗੇ ਵੀ ਤੁਹਾਡੇ ਕੰਮ ਹੀ ਆਊਗਾ। ਪੜ੍ਹਾਈ ਤਾਂ ਕਦੇ ਵੀ ਨੁਕਸਾਨ ਨਹੀਂ ਦਿੰਦੀ। ਹਾਂਜੀ। ਅੱਛਾ ਕੋਮਲਪ੍ਰੀਤ ਜੀ, ਇੱਕ ਚੀਜ਼ ਮੈਨੂੰ ਹੋਰ ਦੱਸਿਓ ਕਿ ਜਦੋਂ ਆਪਾਂ ਪੜ੍ਹਾਈ ਕਰਦੇ ਹਾਂ, ਅਸਾਈਨਮੈਂਟਾਂ ਬਣਾ ਲਈਆਂ, ਬਾਕੀ ਲੋਕਾਂ ਦੇ ਨਾਲ ਵਿਚਰਦੇ ਹਾਂ, ਉਹਦੇ ਤੋਂ ਬਾਅਦ ਕਈ ਵਾਰੀ ਸੁਣਨ ਨੂੰ ਮਿਲਦਾ ਹੁੰਦਾ ਕਿ ਭਾਈ ਉਸੇ ਫੀਲਡ ਦੇ ਵਿੱਚ ਕੰਮ ਕਰਨਾ ਪੈਂਦਾ। ਕਈ ਵਾਰੀ ਬੱਚੇ ਜਿਹੜੇ ਮਰਜ਼ੀ ਫੀਲਡ ਦੇ ਵਿੱਚ ਕੰਮ ਕਰ ਲੈਂਦੇ। ਇਹ ਹਰ ਸੂਬੇ ਦੇ, ਹਰ ਕਾਲਜ ਦੇ ਨਿਯਮ ਅੱਡ ਨੇ, ਕਹਾਣੀ ਕੀ ਹੈ ਇਹ? ਹਾਂਜੀ, ਇਹ ਹਰੇਕ ਪ੍ਰੋਵਿੰਸ ਦੇ ਡਿਫਰੈਂਟ ਰੂਲ ਆ। ਹੁਣ ਜੇ ਤੁਸੀਂ ਅਲਬਰਟਾ ਵਿੱਚੋਂ ਮੰਨ ਲਓ, ਤਾਂ ਜੇ ਤੁਸੀਂ AIIP ਲਾਉਣੀ ਹੈ, ਫਿਰ ਤੁਹਾਨੂੰ ਸੇਮ ਹੋਣਾ ਚਾਹੀਦਾ ਜਿਹੜਾ ਤੁਸੀਂ ਕੋਰਸ ਕੀਤਾ ਅਤੇ ਜਿਹੜਾ ਤੁਹਾਡਾ ਅੱਗੇ ਪ੍ਰੋਫੈਸ਼ਨ ਹੋਊਗਾ। ਉਹਦੇ ਵਿੱਚ ਇੱਕ ਹੋਰ ਗੱਲ ਹੈ, ਜੇ ਤੁਸੀਂ ਇੰਡੀਆ +2 ਤੋਂ ਬਾਅਦ ਡਿਗਰੀ ਕੀਤੀ ਜਾਂ ਕੋਈ ਡਿਪਲੋਮਾ ਕੀਤਾ, ਫਿਰ ਤੁਹਾਡਾ ਉਹ ਵੀ ਮੈਚ ਕਰਨਾ ਚਾਹੀਦਾ। ਹਾਂਜੀ, ਫਿਰ ਇਹ ਨਹੀਂ ਕਿ ਮੰਨ ਲਓ ਮੈਂ ਇੰਡੀਆ ਤੋਂ ਨਰਸਿੰਗ ਕੀਤੀ, ਇੱਥੇ ਆ ਕੇ ਮੈਂ ਬਿਜ਼ਨਸ ਕਰ ਲਿਆ, ਅੱਗੇ ਮੈਂ ਜੇ ਬਿਜ਼ਨਸ ਕਰੂੰ ਤਾਂ ਪਰ ਮੇਰਾ ਨਰਸਿੰਗ ਨਾਲ ਕੋਈ ਰਿਲੇਟਡ ਨਹੀਂ ਰਿਹਾ, ਫਿਰ ਉਹਦੇ ਵਿੱਚ ਪ੍ਰੋਬਲਮ ਆਊਗੀ। ਜੇ ਤੁਸੀਂ ਐਕਸਪ੍ਰੈਸ ਐਂਟਰੀ ਲਾਉਣੀ ਆ, ਫਿਰ ਤੁਸੀਂ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ, ਨੌਕ ਵੀ ਕਿਸੇ ਵੀ ਪੋਜੀਸ਼ਨ ਦਾ। ਹਾਂਜੀ। ਅੱਛਾ, ਇਸ ਵੇਲੇ ਜੇ ਮੋਟਾ ਜਿਹਾ ਆਪਾਂ ਮੰਨ ਕੇ ਚੱਲਣਾ ਹੋਵੇ, ਜੇ ਕਿਸੇ ਸਟੂਡੈਂਟ ਨੇ ਆਪਣੀ ਫਾਈਲ ਲਾਉਣੀ ਹੈ, 5 ਬੈਂਡ, 5.5 ਬੈਂਡ, 6 ਬੈਂਡ, 6.5 ਬੈਂਡ, ਮੋਟਾ ਕ੍ਰਾਈਟੀਰੀਆ ਜਾਂ ਕੀ ਹੈ, ਕਿੰਨੇ ਕੁ ਬੈਂਡ ਹੋਣੇ ਚਾਹੀਦੇ ਆ? ਮਿਨੀਮਮ 6 ਬੈਂਡ ਈਚ ਤਾਂ ਤੁਹਾਡੇ ਹੋਣੇ ਹੀ ਚਾਹੀਦੇ ਆ। ਉਸ ਤੋਂ ਘੱਟ ਤਾਂ ਹਾਂਜੀ, ਉਸ ਤੋਂ ਘੱਟ ਰਿਫਿਊਜ਼ਲ ਦੇ ਚਾਂਸਸ ਬਹੁਤ ਜ਼ਿਆਦਾ ਹੈ। ਹਾਂਜੀ, ਜਿੰਨੇ ਵੱਧ ਹੋਣਗੇ ਉਹਦਾ ਜ਼ਿਆਦਾ ਫਾਇਦਾ ਹੈ। ਇੱਕ ਇਹ ਵੀ ਬਾਰ-ਬਾਰ ਕਿਹਾ ਜਾਂਦਾ ਹੁੰਦਾ ਕਿ ਕੋਈ ਗੱਲ ਨਹੀਂ, ਆਹ ਕੋਰਸ ਲੈ ਕੇ ਤੁਸੀਂ ਉੱਥੇ ਚਲੇ ਜਾਓ, ਮੁੜ ਕੇ ਚੇਂਜ ਕਰ ਲਿਓ। ਉਹ ਕੋਰਸ ਚੇਂਜ ਕਰਨ ਦੀ, ਕਾਲਜ ਚੇਂਜ ਕਰਨ ਦੀ ਕਹਾਣੀ ਕੀ ਹੈ? ਉਹ ਵਿਦਿਆਰਥੀ ਦੇ ਹੱਕ 'ਚ ਹੁੰਦਾ ਜਾਂ ਫਿਰ ਕੀ ਗੱਲ ਹੈ ਜੀ? ਜੇ ਤੁਸੀਂ ਕੋਰਸ ਚੇਂਜ ਕਰਨਾ ਆ, ਮੰਨ ਲਓ ਤੁਹਾਡਾ ਸਟੱਡੀ ਪਰਮਿਟ ਅਪਰੂਵ ਹੋ ਗਿਆ ਇੰਡੀਆ ਤੋਂ, ਕੋਈ ਵੀ ਤੁਸੀਂ ਕੋਰਸ ਲੈ ਲਿਆ, ਕੋਈ ਵੀ ਤੁਸੀਂ ਕਾਲਜ ਲੈ ਲਿਆ, ਪਰ ਤੁਸੀਂ ਕੈਨੇਡਾ ਆਉਣ ਤੋਂ ਪਹਿਲਾਂ
ਕਾਲਜ ਚੇਂਜ ਕਰ ਲਿਆ ਜਾਂ ਕੋਰਸ ਚੇਂਜ ਕਰ ਲਿਆ ਤਾਂ ਉਹ IRCC ਰੈਗੂਲੇਸ਼ਨਸ ਦੇ ਅਕੋਰਡਿੰਗ ਨਹੀਂ ਸਹੀ। ਹਾਂਜੀ, ਤੁਹਾਨੂੰ ਜਿਹੜਾ ਤੁਸੀਂ ਐਡਮਿਸ਼ਨ ਹੋਈ ਹੈ ਜਿਹਦੇ ਬੇਸ ਤੇ ਤੁਹਾਡਾ ਅਪਰੂਵ ਹੋਇਆ ਆ ਤੁਸੀਂ ਉਸੇ ਵਿੱਚ ਐਂਟਰ ਹੋਣੇ ਚਾਹੀਦੇ ਆ। ਜਦੋਂ ਤੁਸੀਂ ਕੈਨੇਡਾ ਆਓਗੇ ਤੁਹਾਡੇ ਕੋਲੇ ਰਸੀਦ ਹੋਣੀ ਚਾਹੀਦੀ ਹੈ, ਤੁਹਾਡੇ ਕੋਲੇ ਲੈਟਰ ਆਫ ਅਸੈਪਟੈਂਸ ਹੋਣੀ ਚਾਹੀਦੀ ਹੈ ਤੇ ਜੇ ਤੁਸੀਂ ਇੱਥੇ ਆ ਕੇ ਚੇਂਜ ਕਰ ਸਕਦੇ ਹੋ। ਪਰ ਉਹਦੇ ਵਿੱਚ ਕਈ ਕਾਲਜ, ਹਰੇਕ ਕਾਲਜ ਦੀ ਪਾਲਿਸੀ ਹੈ, ਕਈ ਕਾਲਜ ਤੁਹਾਡੀ ਥੋੜੀ ਫੀਸ ਕੱਟ ਲੈਂਦੇ ਆ। ਸੋ ਉਹ ਫਿਰ ਉਹ ਤੁਸੀਂ ਵੇਖਣਾ ਕਿ ਹੁਣ ਇੰਨੇ ਕੁ ਪੈਸੇ ਕੱਟੇ ਵਾਰਾ ਖਾ ਰਹੇ ਆ ਕਿ ਹਾਂਜੀ। ਅੱਛਾ ਕੋਮਲਪ੍ਰੀਤ ਜੀ, ਇੱਕ ਚੀਜ਼ ਹੋਰ ਜ਼ਰੂਰ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰੋ। ਇੱਕ ਡੈਫਰ ਡੂਫਰ ਨਾਂ ਦਾ ਇੱਕ ਸ਼ਬਦ ਆ ਜਾਂਦਾ, ਕਿਉਂਕਿ ਮੈਂ ਯੂਨੀਵਰਸਿਟੀ ਤੱਕ ਪੜ੍ਹਿਆ, ਮੈਂ ਇੰਡੀਆ ਕਦੇ ਸੁਣਿਆ ਨਹੀਂ ਸੀ। ਹੁਣ ਇਹ ਸਟੂਡੈਂਟ ਦੇ ਲਈ ਇੱਥੇ ਆਉਣ ਤੋਂ ਪਹਿਲਾਂ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਹਰ ਬੱਚਾ ਪੜ੍ਹੇ ਲਿਖੇ ਪਰਿਵਾਰ 'ਚੋਂ ਨਹੀਂ ਹੁੰਦਾ। ਕੋਈ ਬੰਦਾ ਕਿਸਾਨੀ ਕਰਦਾ ਹੈ, ਕੋਈ ਮਜ਼ਦੂਰੀ ਕਰਦਾ ਹੈ, ਕੋਈ ਫੈਕਟਰੀ ਦੇ ਵਿੱਚ ਕੰਮ ਕਰਦਾ, ਔਖੇ ਸੌਖੇ ਹੋ ਕੇ ਪੈਸੇ ਇਕੱਠੇ ਕਰਕੇ ਰਿਸ਼ਤੇਦਾਰਾਂ ਤੋਂ ਫੜ ਕੇ ਕਰਜ਼ਾ ਚੱਕ ਕੇ ਬੱਚਿਆਂ ਨੂੰ ਭੇਜਣਾ, ਤੇ ਬੱਚਾ ਵੀ ਵੱਡੇ ਸ਼ਹਿਰ 'ਚ ਨਹੀਂ ਪੜ੍ਹਿਆ ਹੁੰਦਾ। ਆ ਜਿਹੜੀਆਂ ਚੀਜ਼ਾਂ ਤੁਸੀਂ ਦੱਸਦੇ ਹੋ ਬਹੁਤੀਆਂ ਦੀ ਸਾਨੂੰ ਸਮਝ ਪਿੰਡਾਂ ਦੇ ਵਿੱਚ ਨਹੀਂ ਹੁੰਦੀ। ਕਿੱਥੋਂ ਪਤਾ ਕੀਤਾ ਜਾ ਸਕਦਾ? ਸਰਕਾਰੀ ਵੈਬਸਾਈਟ ਤੇ ਧਿਆਨ ਰੱਖਣ, ਕੰਸਲਟੈਂਟ ਦੀ ਮੰਨਣ, ਜਾਂ ਉਹਨਾਂ ਦਾ ਰਿਸ਼ਤੇਦਾਰ ਕੋਈ ਪਹਿਲਾਂ ਇੱਥੇ ਆ ਗਿਆ? ਜਾਣੀ ਆਥੈਂਟਿਕ ਸੋਰਸ ਕੀ ਹੋ ਸਕਦਾ ਜਾਣਕਾਰੀ ਦਾ? ਜਾਣਕਾਰੀ ਤਾਂ ਤੁਸੀਂ ਹਰੇਕ ਸੋਰਸ ਤੋਂ ਇਕੱਠੀ ਕਰੋ, ਜਿੱਥੋਂ ਮਿਲ ਰਹੀ ਹੈ ਜਾਣਕਾਰੀ ਲਓ। ਪਰ ਫਿਰ IRCC ਦੀ ਵੈਬਸਾਈਟ ਹੈਗੀ ਹੈ, ਉਹਨਾਂ ਦਾ ਟਵਿੱਟਰ ਤੇ ਪੇਜ ਹੈਗਾ, ਤੁਸੀਂ ਉਹਨਾਂ ਨੂੰ ਫੋਲੋ ਕਰ ਸਕਦੇ। ਹਾਂਜੀ, ਉਹਦੇ ਤੇ ਉਹ ਆਪਣੀ ਅਪਡੇਟਸ ਪਾਉਂਦੇ ਰਹਿੰਦੇ ਆਵਰਲੀ ਬੇਸ ਤੇ। ਜੇ ਤੁਹਾਨੂੰ ਕੁਐਸਚਨ ਹੈ ਤੁਸੀਂ ਉਹ ਟਵਿੱਟਰ ਤੇ ਕਰਦੇ ਆ, ਉਹ ਆਨਸਰ ਵੀ ਦੇ ਦਿੰਦੇ ਆ ਸਮਟਾਈਮਸ। ਇਹ ਕੰਮ ਦੀ ਗੱਲ IRCC ਕੀ ਚੀਜ਼ ਹੈ ਜੀ, ਤੇ ਟਵਿੱਟਰ ਤੇ ਉਹਨਾਂ ਦਾ ਪੇਜ ਹੈ। ਜਾਣੀ ਇੰਡੀਆ ਦੇ ਵਿੱਚ ਕਿਸੇ ਬੱਚੇ ਨੇ ਸਟੱਡੀ ਲਈ ਆਉਣਾ, ਉਹ ਟਵਿੱਟਰ ਤੇ ਤੁਹਾਨੂੰ ਸਵਾਲ ਕਰਦਾ ਆਨਸਰ ਕਰਦੇ ਆ? ਉਹ ਸਾਰਿਆਂ ਨੂੰ ਨਹੀਂ, ਪਰ ਕਈਆਂ ਨੂੰ, ਉਹਨਾਂ ਦੀ ਮਰਜ਼ੀ ਹੈ। ਰੈਗੂਲੇਸ਼ਨ ਹੈ ਜੀ ਇਮੀਗ੍ਰੇਸ਼ਨ ਦੀ। ਹਾਂਜੀ, ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਡੀਲ ਕਰਦੀ ਹੈ ਜੀ। ਤੇ ਫਿਰ ਇਹ ਹੈ ਕਿ ਤੁਸੀਂ ਉਹਨਾਂ ਦਾ ਇੱਕ ਪੇਜ ਬਣਿਆ ਹੋਇਆ ਆ CICC। ਅਸੀਂ ਜਿਹੜੇ ਕੰਸਲਟੈਂਟਸ ਹਾਂ, ਸਾਡੀ ਇੱਕ ਆਰਗੇਨਾਈਜੇਸ਼ਨ ਹੈ, ਤੁਸੀਂ ਉਹਦੇ ਤੇ ਜਾ ਕੇ ਚੈੱਕ ਕਰ ਸਕਦੇ ਹੋ ਕਿ ਜਿਹੜਾ ਬੰਦਾ ਤੁਹਾਡੀ ਫਾਈਲ ਨਾਲ ਡੀਲ ਕਰ ਰਿਹਾ ਉਹਦਾ ਰਾਈਟ ਨਾਓ ਕੀ ਸਟੇਟਸ ਹੈ। ਕਈ ਉਹਨਾਂ 'ਚੋਂ ਪਹਿਲਾਂ ਐਕਟਿਵ ਹੋਊਗਾ ਤਾਂ ਬਹੁਤ ਵਧੀਆ ਗੱਲ ਹੈ, ਕਈ ਉਹਨਾਂ 'ਚੋਂ ਸਸਪੈਂਡ ਹੋ ਗਏ ਹੁੰਦੇ ਆ, ਕੈਂਸਲ ਹੋ ਗਏ ਹੁੰਦੇ ਆ, ਉਹਨਾਂ ਦੀ ਨਾ ਕਰੋ। ਤੇ ਇੰਡੀਆ ਵਿੱਚ ਤਾਂ ਗੋਸਟ ਕੰਸਲਟੈਂਟਸ ਬਹੁਤ ਹੈਗੇ ਆ ਜਿਨ੍ਹਾਂ ਕੋਲੇ ਕੋਈ ਲਾਇਸੈਂਸ ਨਹੀਂ ਹੈਗਾ ਪਰ ਉੱਦਾਂ ਕੰਮ ਕਰ ਰਹੇ ਆ। ਟਰਾਈ ਕਰੋ ਅਵੋਇਡ ਕਰਨ ਦੀ, ਕਿਉਂਕਿ ਤੁਸੀਂ ਅੱਜ ਤੁਹਾਡੀ ਫਾਈਲ ਲੱਗ ਸਕਦੀ ਹੈ, ਤੁਹਾਡੀ ਅਪਰੂਵਲ ਵੀ ਆ ਸਕਦੀ ਹੈ, ਪਰ ਕੱਲ੍ਹ ਨੂੰ ਉਹੀ ਗੱਲ ਜੇ ਤੁਸੀਂ ਕੋਈ ਪੇਪਰ ਕਢਾਉਣਾ ਉਹਨਾਂ ਤੋਂ, ਤੁਹਾਨੂੰ ਨਹੀਂ ਪਤਾ ਕੱਲ੍ਹ ਨੂੰ ਉਹ ਬੰਦਾ ਆਪਣਾ ਕਰੀਅਰ ਚੇਂਜ ਕਰ ਚੁੱਕਾ ਹੋਵੇ, ਉਹਨੇ ਤੁਹਾਨੂੰ ਕੋਈ ਪੇਪਰ ਹੀ ਨਹੀਂ ਦੇਣਾ ਉਹਦੀ, ਕਿਉਂਕਿ ਬਾਏ ਲਾ ਤੁਸੀਂ ਵੀ ਨਹੀਂ ਉਦੋਂ ਮੰਗ ਸਕਦੇ, ਕਿਉਂਕਿ ਕੋਈ ਤੁਹਾਡੇ ਕੋਈ ਡੀਲ ਨਹੀਂ, ਕੋਈ ਰਿਟੇਨਰ ਐਗਰੀਮੈਂਟ ਨਹੀਂ ਹੈਗਾ। ਸੋ ਇਹ ਚੀਜ਼ਾਂ ਧਿਆਨ 'ਚ। ਡੈਫਰ ਵਾਲੀ ਗੱਲ ਵੀ ਸਮਝਾ ਦਿਓ ਕਿ ਉਹ ਕੀ ਹੁੰਦੀ ਹੈ, ਕਿਉਂਕਿ ਕਈ ਵਾਰ ਹੁੰਦਾ ਕਿ ਬੱਚੇ ਸੁਣਿਆ ਜੀ ਮੈਂ ਮਈ ਦੇ ਵਿੱਚ ਉੱਥੇ ਜਾਣਾ ਸੀ, ਮੇਰਾ ਵੀਜ਼ਾ ਹੀ ਨਹੀਂ ਆਇਆ, ਮਈ 'ਚ ਦਾਖਲੇ ਸ਼ੁਰੂ ਹੋ ਜਾਣੇ ਸੀ, ਉਹ ਕਹਾਣੀ ਕੀ ਹੈ ਜੀ, ਤੇ ਕੀ ਧਿਆਨ ਰੱਖਣਾ ਚਾਹੀਦਾ? ਉਹ ਹੁਣ ਕੋਵਿਡ ਕਰਕੇ ਜ਼ਿਆਦਾ ਡੈਫਰ ਹੋ ਰਹੇ ਆ, ਕਿਉਂਕਿ ਤੁਹਾਡਾ ਵੀਜ਼ਾ ਨਹੀਂ ਆਇਆ ਤਾਂ ਕਾਲਜ ਤੁਹਾਨੂੰ ਆਪਸ਼ਨ ਦਿੰਦਾ ਹੈ ਕਿ ਚਲੋ ਬਈ ਤੁਹਾਡਾ ਸਪਟੈਂਬਰ ਇਨਟੇਕ 'ਚ ਤੁਸੀਂ ਆਉਣਾ ਸੀ, ਤੇਰਾ ਹਾਲੇ ਵੀਜ਼ਾ ਨਹੀਂ ਆਇਆ, ਤੂੰ ਜਨਵਰੀ ਇਨਟੇਕ ਲੈ ਲਾ। ਤੁਸੀਂ ਜਨਵਰੀ ਇਨਟੇਕ ਵਿੱਚ ਆਪਣੀ ਡੈਫਰ ਦੀ ਰਿਕੁਐਸਟ ਪਾ ਦੋਗੇ, ਤੁਹਾਨੂੰ ਆਫਰ ਲੈਟਰ ਇਸ਼ੂ ਹੋ ਜੂਗੀ। ਜੇ ਸੇਮ ਕਾਲਜ ਹੈਗਾ ਆ, ਸੇਮ ਕੋਰਸ ਹੈਗਾ ਆ, ਇਟਸ ਰੀਅਲੀ ਗੁੱਡ, ਤੁਹਾਨੂੰ ਆਪਸ਼ਨ ਮਿਲ ਰਹੀ ਹੈ ਕਿ ਤੁਹਾਡੇ ਤੇ ਇਹ ਨਹੀਂ ਕਿ ਇੰਨੇ ਟਾਈਮ 'ਚ ਨਹੀਂ ਆਇਆ ਤਾਂ ਰਿਜੈਕਟ। ਪਰ ਕਾਲਜ ਚੇਂਜ ਨਾ ਕਰੋ, ਕੋਰਸ ਚੇਂਜ ਨਾ ਕਰੋ, ਉਹਦੇ ਵਿੱਚ ਹੀ। ਹਾਂਜੀ। ਅੱਛਾ ਕੋਮਲ ਜੀ, ਆਖਰੀ ਸਵਾਲ ਮੇਰਾ ਕਿ ਕਈ ਵਾਰੀ ਇੱਥੇ ਖਬਰ ਆਉਂਦੀ ਹੁੰਦੀ ਹੈ ਕਿ ਕੋਈ ਵਿਦਿਆਰਥੀ ਝੀਲ ਦੇ ਵਿੱਚ ਡੁੱਬ ਗਿਆ, ਕਈ ਵਾਰੀ ਇੱਦਾਂ ਹੁੰਦੀ ਹੈ ਕਿ ਐਕਸੀਡੈਂਟ ਹੋ ਗਿਆ, ਬਹੁਤ ਸਾਰੀਆਂ ਸੁਸਾਈਡ ਕਰ ਲੈਂਦੇ, ਡਿਪਰੈਸ਼ਨ ਦੇ ਵਿੱਚ ਆ ਜਾਂਦੇ ਬੱਚੇ, ਕਿਉਂਕਿ ਪ੍ਰੈਸ਼ਰ ਬਹੁਤ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਕਈ ਵਾਰੀ ਦੂਸਰਿਆਂ ਦਾ ਪ੍ਰੈਸ਼ਰ ਹੈ, ਕਈ ਵਾਰੀ ਆਪਣਿਆਂ ਦਾ ਵੀ ਪ੍ਰੈਸ਼ਰ ਹੁੰਦਾ। ਹੁਣ ਉਹ ਕਿਹੜੀਆਂ ਚੀਜ਼ਾਂ ਨੇ, ਕਿਉਂਕਿ ਇੱਥੇ ਜਦੋਂ ਗਰਮੀਆਂ ਹੁੰਦੀਆਂ ਬੰਦਾ ਝੀਲ ਦੇ ਕੰਢੇ ਦੇ ਉੱਤੇ ਜਾਂਦਾ, ਫੋਟੋ ਫਾਟੋ ਖਿਚਾਉਣ ਦੀ ਵੀ ਆਪਾਂ ਕੋਸ਼ਿਸ਼ ਕਰਦੇ ਹਾਂ, ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ? ਕਿਉਂਕਿ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਤੇ ਆਏ ਸੀ, ਉਹ ਦੌਰ ਤੁਸੀਂ ਵੀ ਦੇਖਿਆ ਹੋਣਾ, ਕਿੰਨਾ ਪ੍ਰੈਸ਼ਰ ਹੁੰਦਾ, ਉਹਨੂੰ ਹੈਂਡਲ ਕਿਵੇਂ ਕਰਨਾ, ਧਿਆਨ ਕੀ ਰੱਖਣਾ? ਤੁਸੀਂ ਕਿਸੇ ਨਾਲ ਗੱਲ ਕਰਦੇ ਰਹੋ, ਪ੍ਰੈਸ਼ਰ ਤੁਹਾਡੇ ਤੇ ਨੋ ਡਾਊਟ ਹੋਊਗਾ। ਤੁਸੀਂ ਇੰਡੀਆ ਵਿੱਚ ਮੰਨ ਲਓ, ਜਿਵੇਂ ਮੇਰੀ ਐਗਜ਼ਾਮਪਲ ਹੈ, ਕੋਈ ਕੰਮ ਨਹੀਂ ਕਰਦੇ, ਆਪਾਂ ਫ੍ਰੀ ਰਹਿੰਦੇ ਹਾਂ, ਸਾਰੇ ਪੇਰੈਂਟਸ 'ਤੇ ਡਿਪੈਂਡ ਹੁੰਦੇ ਆ, ਕੋਈ 1 ਰੁਪਏ ਦਾ ਖਰਚਾ ਕਰਨ ਦੀ ਕੋਈ ਕਿਸੇ ਪਾਸੇ ਲੋੜ ਨਹੀਂ ਹੁੰਦੀ। ਇੱਥੇ ਆ ਕੇ ਤੁਸੀਂ ਸਟੱਡੀ ਨਾਲ ਕੰਮ ਬੈਲੈਂਸ ਕਰਨਾ, ਫਿਰ ਤੁਹਾਡੇ ਕੋਲ ਫੈਮਿਲੀ ਸਪੋਰਟ ਨਹੀਂ ਹੁੰਦੀ। ਤੁਸੀਂ ਲੱਕੀ ਹੋ ਜੇ ਤੁਹਾਡੇ ਕੋਲ ਇੱਥੇ ਹੈ, ਬਹੁਤ ਲੋਕਾਂ ਕੋਲ ਨਹੀਂ ਹੁੰਦੀ। ਫਰੈਂਡਸ ਤੁਹਾਨੂੰ ਨਹੀਂ ਪਤਾ ਤੁਹਾਡੇ ਕਿੱਦਾਂ ਦੇ ਰੂਮਮੇਟ ਹੋਣਗੇ, ਤੁਹਾਨੂੰ ਪੂਰੀ ਸਪੋਰਟ ਉਹਨਾਂ ਦੀ ਹੈ ਕਿ ਤੁਸੀਂ ਉੱਥੇ ਵੀ ਲੜ ਝਗੜ ਕੇ ਕੰਮ ਚੱਲ ਰਿਹਾ। ਸੋ ਕਿਸੇ ਨਾਲ ਗੱਲ ਕਰਦੇ ਰਹੋ, ਸੇਫ ਰਹੋ। ਜੇ ਹੁਣ ਡਰਾਈਵ ਕਰ ਰਹੇ ਹੋ, ਰੂਲਸ ਫੋਲੋ ਕਰਦੇ ਰਹੋ। ਸਭ ਤੋਂ ਵੱਡੀ ਗੱਲ ਹੈ, ਡੋਂਟ ਡਰਿੰਕ ਐਂਡ ਡਰਾਈਵ। ਜੇ ਤੁਸੀਂ ਫੜੇ ਗਏ ਕਿਤੇ ਵੀ ਤਾਂ ਡਿਪੋਰਟ ਹੋਵੋਗੇ। ਸੋ ਤੁਸੀਂ ਇੰਨੀ ਮਤਲਬ ਤੁਹਾਡੇ ਪੇਰੈਂਟਸ ਨੇ ਇੰਨੀ ਮਿਹਨਤ ਕੀਤੀ ਹੈ ਤੁਹਾਨੂੰ ਇੱਥੋਂ ਤੱਕ ਭੇਜਣ ਦੀ। ਸਾਰੇ ਲੋਕਾਂ ਕੋਲ ਇੱਥੇ ਇੰਨੀ ਪੂੰਜੀ ਨਹੀਂ ਹੈਗੀ ਇੰਡੀਆ, ਆਪਾਂ ਜਾਣਦੇ ਹਾਂ।
ਔਖੇ ਹੋ ਕੇ ਹੀ ਪੇਰੈਂਟਸ ਕਈ ਤਾਂ ਭੇਜ ਰਹੇ ਆ। ਸੋ ਉਹਨਾਂ ਨੂੰ ਧਿਆਨ 'ਚ ਰੱਖੋ, ਆਪਣੇ ਪੇਰੈਂਟਸ ਨੂੰ ਧਿਆਨ 'ਚ ਰੱਖੋਗੇ ਤਾਂ ਮੈਨੂੰ ਲੱਗਦਾ ਵੀ ਬਚੇ ਰਹੋਗੇ ਸਾਰੀਆਂ ਚੀਜ਼ਾਂ ਤੋਂ ਹੀ। ਦੇਸ਼ ਚੰਗਾ ਆ ਜਾਣਾ ਚਾਹੀਦਾ। ਹਾਂਜੀ, ਸਾਰਿਆਂ ਨੂੰ ਆ ਜਾਣਾ ਚਾਹੀਦਾ। ਸੋ ਕੋਮਲਪ੍ਰੀਤ ਜੀ ਰੂਟਸ ਇਮੀਗ੍ਰੇਸ਼ਨ ਤੋਂ ਸਾਡੇ ਨਾਲ ਸੀ, ਤੁਸੀਂ ਜੁੜੇ, ਬਹੁਤ ਧੰਨਵਾਦ। ਆਪਾਂ ਵਕਤ ਤੇ ਗੱਲਾਂ ਬਾਤਾਂ ਕਰਦੇ ਰਹਾਂਗੇ। ਸ਼ੁਕਰੀਆ ਜੀ। ਥੈਂਕ ਯੂ ਸੋ ਮਚ, ਸ਼ੁਕਰੀਆ ਜੀ। ਸੋ ਕੋਮਲਪ੍ਰੀਤ ਜੀ ਰੂਟਸ ਇਮੀਗ੍ਰੇਸ਼ਨ ਤੋਂ 2-3 ਚੀਜ਼ਾਂ ਕੈਨੇਡਾ ਆਉਣ ਤੋਂ ਪਹਿਲਾਂ ਕਾਗਜ਼ ਪੱਤਰ ਕੋਈ ਗਲਤ ਨਾ ਲਾਇਓ ਭਾਈ, ਵੇਲੇ ਸਿਰ ਚੰਗਾ ਕਾਲਜ, ਚੰਗਾ ਪ੍ਰੋਵਿੰਸ, ਚੰਗਾ ਕੋਰਸ ਲੱਭ ਲਓ, ਕਿਉਂਕਿ 4-5 ਸਾਲ ਬਾਅਦ ਜੇ ਆਪਾਂ ਕਹੀਏ ਨਾ ਕਿ ਹੁਣ ਕੋਈ ਨਵਾਂ ਕੰਮ ਸਿੱਖ ਲਈਏ, ਉਦੋਂ ਤੱਕ ਫੌਜਾਂ ਦੂਰ ਦੀਆਂ ਦੂਰ ਜਾ ਚੁੱਕੀਆਂ ਹੁੰਦੀਆਂ। ਇੱਕ ਤਾਂ ਉਹ ਥੋੜ੍ਹਾ ਜਿਹਾ ਧਿਆਨ ਰੱਖੀਏ। ਉਹਦੇ ਤੋਂ ਬਾਅਦ ਜਿਹੜੀ ਅਗਲੀ ਗੱਲ ਬਹੁਤ ਇੰਪੋਰਟੈਂਟ ਹੈ, ਇੱਥੇ ਆ ਕੇ ਖਾਸ ਤੌਰ 'ਤੇ ਬੱਚੇ ਵੀ, ਮੁੰਡੇ ਵੀ, ਆਪਣੇ ਰੂਮ ਦੇ ਵਿੱਚ ਕੋਈ ਕੌਣ ਨਾਲ ਰਹਿੰਦਾ, ਘਰ 'ਚ ਕੌਣ ਨਾਲ ਰਹਿੰਦਾ, ਕੰਮ ਦੇ ਉੱਤੇ ਕਾਨੂੰਨ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰੀਏ। ਆ ਵੱਡੀਆਂ ਗੱਡੀਆਂ ਵਾਲਿਆਂ ਤੋਂ, ਥੋੜ੍ਹਾ ਜਿਹਾ ਪਟਾਕੇ ਜਾਂ ਪਾਉਣ ਵਾਲਿਆਂ ਤੋਂ ਜੇ ਬਚ ਕੇ ਰਹਾਂਗੇ ਤਾਂ ਵਧੀਆ, ਕਿਉਂਕਿ ਆਖਰੀ ਰਿਜ਼ਲਟ ਯੈਸ ਦੇ ਵਿੱਚ ਹੋਣਾ ਚਾਹੀਦਾ, ਨੋ ਦੇ ਵਿੱਚ ਨਹੀਂ। ਤੇ ਜੇ ਤੈਰਨਾ ਨਹੀਂ ਆਉਂਦਾ, ਡੂੰਘੇ ਪਾਣੀ 'ਚ ਪਾਈ ਨਾ ਜਾਓ। ਸੈਲਫੀ ਵਾਲਾ ਕੰਮ ਥੋੜ੍ਹਾ ਜਿਹਾ ਆਪਾਂ ਘਟਾ ਦਈਏ, ਖਤਰਾ ਮੁੱਲ ਲੈਣ ਦੀ ਜਿਹੜੀ ਉਹ ਕੋਸ਼ਿਸ਼ ਨਾ ਕੀਤੀ ਜਾਵੇ ਤਾਂ ਵਧੀਆ। ਤੇ ਬਾਕੀ ਬਹੁਤ ਸਾਰੀਆਂ ਗੱਲਾਂ ਕੋਮਲਪ੍ਰੀਤ ਹੋਰਾਂ ਨੇ ਦੱਸੀਆਂ, ਤੇ ਜੇ ਤੁਹਾਡਾ ਕੋਈ ਸਵਾਲ, ਕੋਈ ਟਿੱਪਣੀ ਹੋਈ ਤਾਂ ਤੁਸੀਂ ਲਿਖ ਦਿਓ, ਆਪਾਂ ਦੁਬਾਰਾ ਇਹਨਾਂ ਨੂੰ ਹਾਕ ਮਾਰ ਲਾਂਗੇ। ਇੱਥੇ ਪਰਮਵੀਰ ਸਿੰਘ ਬਾਠ ਨੂੰ ਦਿਓ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।